प्रधानमंत्री नरेंद्र मोदी है ये भी RSS ਦੇ ਵਿੱਚੋਂ ਹੀ ਗਏ ਹੋਏ ਆ। ਤੁਸੀਂ ਵੀ RSS ਦੇ ਪ੍ਰਚਾਰਕ ਹੋ, ਫਿਰ RSS ਇਹਨਾਂ ਤੇ ਦਬਾਅ ਕਿਉਂ ਨਹੀਂ ਬਣਾ ਰਹੀ ਕਿ ਜਿਹੜੇ ਕਿਸਾਨ ਮੰਗਾਂ ਲੈ ਕੇ ਬੈਠੇ ਆ, ਕਿਸਾਨਾਂ ਦੀਆਂ ਜੇ ਮੰਗਾਂ ਜਾਇਜ਼ ਆ ਫਿਰ ਰੱਦ ਕਿਉਂ ਨਹੀਂ ਕਰਦੇ? ਕਿਉਂ ਨਹੀਂ RSS? ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੀ BJP ਹੈ ਉਹ RSS ਦਾ ਇੱਕ ਪੋਲੀਟੀਕਲ ਵਿੰਗ ਹੈ ਤੇ ਉਹ ਆਪਣੇ ਵਿੰਗ ਤੇ ਦਬਾਅ ਕਿਉਂ ਨਹੀਂ ਬਣਾ ਰਹੀ? ਬਹੁਤ ਸਾਰੇ ਕਾਨੂੰਨ ਇਹਨਾਂ ਨੇ ਪਾਸ ਕੀਤੇ ਨੇ, ਉਹਨਾਂ ਨੂੰ ਕਿਤੇ ਇਹ ਲੱਗਦਾ ਹੈ, ਇੱਕ ਡਰ ਸਤਾ ਰਹੀ ਹੈ कि अगर ये कानून ਅਸੀਂ वापस ले लिया तो GST का क्या बनेगा, त्रितलाक का क्या बनेगा, जम्मू कश्मीर वाला जड़ा 370 धारा ਉਹਦਾ ਕੀ ਬਣੇਗਾ, या और वगैरह वगैरह ਜਿਹੜੀ ਧਾਰਾਵਾਂ ਨੇ ਉਹਦੇ ਚ ਲੋਕ ਉੱਠ ਖੜਨਗੇ और वो ਸਾਂਭਿਆ ਨਹੀਂ ਜਾਣਾ। ਇਹ ਉਹਨਾਂ ਨੂੰ ਜ਼ਰੂਰ ਲੱਗਦਾ ਹੋਵੇਗਾ ਵੀ ਜਿਹੜਾ ਇਹ ਕੋਈ ਵੀ ਲੋਕ ਜਦੋਂ ਅੰਦੋਲਨ ਕਰਦੇ ਆ ਸਰਕਾਰ ਖਿਲਾਫ ਤਾਂ ਉਹਨਾਂ ਨੂੰ ਧਰਮ ਨਾਲ ਜੋੜ ਕੇ ਤਾਂ ਕਿਸੇ ਖਾਸ ਅੱਤਵਾਦੀ ਸੰਗਠਨ ਨਾਲ ਜੋੜ ਦਿੱਤਾ ਜਾਂਦਾ। ਤਥਾਕਥਿਤ ਜਿਹੜੀ ਸਰਕਾਰ ਨੇ, ਪ੍ਰੈਜ਼ੈਂਟ ਗਵਰਨਮੈਂਟ ਨੇ ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਜਦੋਂ ਲਾਲ ਕਿਲੇ ਦੀ ਹੀ ਜੋ ਦਿੱਲੀ ਦਾ ਦਿਲ ਹੈ, ਤੁਸੀਂ ਸਮਝਦੇ ਹੋ, ਉਹਦੀ ਤੁਸੀਂ ਸਿਕਿਉਰਿਟੀ ਨਹੀਂ ਕਰ ਪਾਏ, ਉਸਕੋ ਸੇਫ ਨਹੀਂ ਰੱਖ ਪਾਏ, ਤਾਂ ਕਿੱਥੇ ਤੁਸੀਂ ਚਾਈਨਾ ਔਰ ਜਿਹੜੀ ਹੈਗੀ ਪਾਕਿਸਤਾਨ ਦੀ ਸਰਹੱਦਾਂ ਦੀਆਂ ਗੱਲਾਂ ਕਰਦੇ ਹੋ? ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ। ਸਵਾਮੀ ਜੀ ਕੀ ਲੱਗਦਾ ਤੁਹਾਨੂੰ ਇਹ ਅੰਦੋਲਨ ਨੂੰ ਕਦੇ ਖਾਲਿਸਤਾਨੀ, ਕਦੇ ਨਕਸਲੀ, ਕਦੇ ਕੋਈ ਟੈਗ ਦਿੱਤਾ ਜਾਂਦਾ? ਇਹ ਅੰਦੋਲਨ ਕਿਸਾਨਾਂ ਦਾ ਜਾਂ ਖਾਲਿਸਤਾਨੀਆਂ ਦਾ? ਇਹਦੇ ਬਾਰੇ ਜਿਵੇਂ ਬਾਰ-ਬਾਰ ਗੱਲ ਕੀਤੀ ਜਾਂਦੀ ਹੈ, ਲਾਲ ਕਿਲੇ ਦੀ ਗੱਲ ਕੀਤੀ ਜਾਂਦੀ ਹੈ। क्या है लाल किला? अंग्रेज़ों ने बनाया सी, कत्लेकाम हुए सी सारे तमाम कोई 7.25 लाख जो क्रांतिकारियों का लहू नाल सनिया होया एक बिल्डिंग है, कोई बहुत बड़ा तख्तो ताज नहीं हैगा। ਇਹ ਅੰਦੋਲਨ ਦੇ ਜਿਹੜੇ ਕਿਸਾਨਾਂ ਦੀਆਂ ਮੰਗਾਂ ਹੈ, ਕੀ ਤੁਸੀਂ ਬਤੌਰ RSS ਦੇ ਪ੍ਰਚਾਰ ਕੇ ਮੰਗਦੇ ਹੋ ਨਾ ਵੀ ਜਿਹੜੀਆਂ ਮੰਗਾਂ ਉਹ ਮੰਗ ਰਹੇ ਆ, ਜੋ ਬਿੱਲਾਂ ਨੂੰ ਰੱਦ ਕਰਾਉਣ ਦੀ ਗੱਲ ਜਾਇਜ਼ ਹੈ, ਇਹ ਗੱਲ ਤਾਂ ਤੁਸੀਂ ਮੰਨਦੇ ਹੋ ਨਾ? सरकार की इंटेलिजेंस किससे है? रॉ क्या काम कर रही है? आपकी CBI क्या काम कर रही है? जो तो असं ये नहीं काम कर पा रहे हैं, हाँ, इसका मतलब की है वो अपने मुँह से थुकी जाए। ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਜਿੰਦਾਬਾਦ ਚੈਨਲ ਤੇ ਮੈਂ ਮਨਿੰਦਰਜੀਤ ਸਿੱਧੂ। ਅੱਜ ਅਸੀਂ ਗੱਲ ਕਰਾਂਗੇ ਭਾਈ ਭਗਤੂ ਡੇਰਾ ਭਗਤੂਆਣਾ ਦੇ ਸੰਚਾਲਕ ਕ੍ਰਿਸ਼ਨਨ ਸ਼ਾਸਤਰੀ ਜੀ, ਜੋ ਕਿ ਇਸ ਡੇਰੇ ਦੇ ਸੰਚਾਲਕ ਵੀ ਨੇ, ਨਾਲ ਉਹ RSS ਦੇ ਪ੍ਰਚਾਰਕ ਵੀ ਨੇ। ਉਹਨਾਂ ਨਾਲ ਗੱਲਬਾਤ ਕਰਾਂਗੇ ਖੇਤੀਬਾੜੀ ਨੂੰ ਲੈ ਕੇ, ਖੇਤੀ ਬਿੱਲਾਂ ਨੂੰ ਲੈ ਕੇ, ਜੋ ਖੇਤੀ ਬਿੱਲਾਂ ਦੇ ਖਿਲਾਫ, ਖੇਤੀ ਕਾਨੂੰਨਾਂ ਦੇ ਖਿਲਾਫ ਧਰਨਾ ਲੱਗਿਆ ਹੋਇਆ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਉਹਨਾਂ ਤੋਂ ਜਾਣਾਂਗੇ ਕੀ ਉਹਨਾਂ ਦੇ ਵਿਚਾਰ ਹੈ ਸਭ ਪ੍ਰਤੀ, ਕਿਉਂਕਿ ਇਸ ਅੰਦੋਲਨ ਨੂੰ ਕਦੇ ਖਾਲਿਸਤਾਨੀ ਕਹਿ ਦਿੱਤਾ ਜਾਂਦਾ ਹੈ, ਕਦੇ ਨਕਸਲੀ ਕਹਿ ਦਿੱਤਾ ਜਾਂਦਾ ਹੈ, ਕਦੇ ਕੁਝ ਕਹਿ ਦਿੱਤਾ ਜਾਂਦਾ ਹੈ। ਤਾਂ RSS ਦੇ ਪ੍ਰਚਾਰਕਾਂ ਦੇ ਇਹਦੇ ਬਾਰੇ ਕੀ ਵਿਚਾਰ ਆ, ਉਹ 'ਤੇ ਗੱਲਬਾਤ ਕਰਾਂਗੇ। ਸਵਾਗਤ ਹੈ ਤੁਹਾਡਾ ਸਵਾਮੀ ਜੀ। नमस्कार जी। ਸਵਾਮੀ ਜੀ ਕੀ ਲੱਗਦਾ ਤੁਹਾਨੂੰ ਇਹ ਅੰਦੋਲਨ ਨੂੰ ਕਦੇ ਖਾਲਿਸਤਾਨੀ, ਕਦੇ ਨਕਸਲੀ, ਕਦੇ ਕੋਈ ਟੈਗ ਦਿੱਤਾ ਜਾਂਦਾ? ਇਹ ਅੰਦੋਲਨ ਕਿਸਾਨਾਂ ਦਾ ਜਾਂ ਖਾਲਿਸਤਾਨੀਆਂ ਦਾ? ਇਹਦੇ ਬਾਰੇ ਕਹੋ। बेसिकली ਜਿਹੜਾ ਅੰਦੋਲਨ ਹੈ ਉਹ ਤਾਂ ਕਿਸਾਨਾਂ ਦਾ ਹੀ ਹੈ, ਪਰ ਜਿਹੜੀ ਕੰਗਾਰੀ ਹੈ, ਅਸੀਂ ਕਦੇ ਵੀ ਖੇਤ ਦੇ ਵਿੱਚ ਕੰਗਾਰੀ ਨਹੀਂ ਬੀਜਦੇ, ਉਗ ਆਉਂਦੀ ਹੈ। ਔਰ ਉਹ ਲੋਕ ਜਿਹੜੇ ਇਸ ਮੂਵਮੈਂਟ को ਖਰਾਬ ਕਰਨਾ ਚਾਹੁੰਦੇ ਨੇ, ਐਵੇਂ ਕੋਈ ਝੰਡਾ ਲੈ ਕੇ ਵੜ ਜਾਣਗੇ ਜੀ, ਖਾਲਿਸਤਾਨ ਦਾ ਨਾਰਾ ਲੈ ਕੇ ਵੜ ਜਾਣਗੇ ਜੀ। ਹਿੰਦੁਸਤਾਨ ਤੋਂ ਜੋ ਬਾਹਰ ਬੈਠੇ ਨੇ ਉਹ ਲੋਕ, ਜਿਨ੍ਹਾਂ ਦੀ ਹਿੰਦੁਸਤਾਨ 'ਚ ਐਂਟਰੀ ਨਹੀਂ ਹੈ, ਉਹ ਲੋਕ ਉੱਥੋਂ ਇੱਕ ਆਵਾਜ਼ ਬੁਲੰਦ ਕਰਦੇ ਨੇ। ਉੱਥੋਂ ਅੱਜ ਕੱਲ੍ਹ ਉਹ ਛੋਟੀਆਂ ਬੱਚੀਆਂ, ਉੱਥੋਂ ਦੇ ਐਕਟਰਸ ਜਿਹੜੇ ਨੇ, ਉਹ ਇੱਥੇ ਜਿਹੜੀ ਹੈਗੀ ਆ ਉਹ ਆਪ ਜੀਆਂ ਨੂੰ ਮੈਸੇਜ ਆਉਂਦੇ ਨੇ। तो ये सारे के सारे मिला जुला के किसानों का जोड़ा प्योर एंड श्योर जो जोड़ा आंदोलन है उसको गंदा लेना का काम हो रहा है। इतना लंबा समय गुजरने के बाद ये लगता है कि सरकार भी किते चाहती है कि ये प्रोग्राम जोड़ा है ये गंदल जाए। जिमें बार बार गल की जाती है, लाल किले की गल की जाती है। क्या है लाल किला? अंग्रेज़ों ने बनाया सी, कत्लेकाम हुए सी सारे तमाम कोई 7.25 लाख जो क्रांतिकारियों का लहू नाल सनिया होया एक बिल्डिंग है, कोई बहुत बड़ा तख्तो ताज नहीं हैगा।
ਕਿ ਜਦੋਂ ਐਡਾ ਵੱਡਾ ਇਸ਼ੂ ਬਣਾ ਲਿੱਤਾ ਗਿਆ। ਔਰ ਤਥਾਕਥਿਤ ਜਿਹੜੀ ਸਰਕਾਰ ਨੇ, ਪ੍ਰੈਜ਼ੈਂਟ ਗਵਰਨਮੈਂਟ ਨੇ, ਇਹ ਵੀ ਪੁੱਛਿਆ ਜਾਣਾ ਚਾਹੀਦਾ ਹੈ ਕਿ ਤੁਸੀਂ ਜਦੋਂ ਲਾਲ ਕਿਲੇ ਦੀ ਹੀ ਜੋ ਦਿੱਲੀ ਦਾ ਦਿਲ ਹੈ, ਤੁਸੀਂ ਸਮਝਦੇ ਹੋ, ਉਹਦੀ ਤੁਸੀਂ ਸਿਕਿਉਰਿਟੀ ਨਹੀਂ ਕਰ ਪਾਏ, ਉਸਕੋ ਸੇਫ ਨਹੀਂ ਰੱਖ ਪਾਏ, ਤਾਂ ਕਿੱਥੇ ਤੁਸੀਂ ਚਾਈਨਾ ਔਰ ਜਿਹੜੇ ਹੈਗੇ ਪਾਕਿਸਤਾਨ ਦੀ ਸਰਹੱਦਾਂ ਦੀਆਂ ਗੱਲਾਂ ਕਰਦੇ ਹੋ? ਸ਼ਰਮ ਆਉਣੀ ਚਾਹੀਦੀ ਉਹਨਾਂ ਨੂੰ। ਜਦੋਂ ਆ ਕੇ ਕਹਿੰਦੇ ਨੇ ਕਿ ਇੱਥੇ ਜਿਹੜੇ ਦੂਜੇ ਲੋਕ ਆ ਕੇ ਵੜ ਗਏ, खालिस्तानी मूवमेंट वाले लोग आगे बढ़ गए, या मान लो कि ब्रिटेन तो कोई आके वो ब्रिटेनी लोग बढ़ गए उत्थे आके, ये गल सरकार को कहते हुए शर्म आनी चाहिए। सरकार की इंटेलिजेंस किससे है? रॉ क्या काम कर रही है? आपकी सीबीआई क्या काम कर रही है? जो तो असं ये नहीं काम कर पा रहे हैं, हाँ, इसका मतलब की है वो अपने मुंह ते थुकी जाने। जब भी मौका मिला मैंने प्रेजेंट गवर्नमेंट नूं, हालांकि मैं हिमायती अदा रहा हैं, हालांकि सरकार दा मैं हिमायती रहा है, असा ही सरकार बनाई है। मैं इन्होंने भी एहसास कराने की कोशिश करता है कि ये ना इन्ना मजबूर ना करो कि सानू गलती का एहसास हो जाए कि असी बहुत बड़ी गलती कर ली। ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆ, ਇਹ ਵੀ ਆਰਐਸਐਸ ਦੇ ਵਿੱਚੋਂ ਹੀ ਗਏ ਹੋਏ ਆ, ਤੁਸੀਂ ਵੀ ਆਰਐਸਐਸ ਦੇ ਪ੍ਰਚਾਰਕ ਹੋ, ਫਿਰ ਆਰਐਸਐਸ ਇਹਨਾਂ ਤੇ ਦਬਾਅ ਕਿਉਂ ਨਹੀਂ ਬਣਾ ਰਹੀ ਕਿ ਜਿਹੜੇ ਕਿਸਾਨ ਮੰਗਾਂ ਲੈ ਕੇ ਬੈਠੇ ਆ, ਕਿਸਾਨਾਂ ਦੀਆਂ ਜੇ ਮੰਗਾਂ ਜਾਇਜ਼ ਆ ਫਿਰ ਰੱਦ ਕਿਉਂ ਨਹੀਂ ਕਰਦੇ? ਕਿਉਂ ਨਹੀਂ ਆਰਐਸਐਸ? ਕਿਉਂਕਿ ਕਿਹਾ ਜਾਂਦਾ ਹੈ ਕਿ ਜਿਹੜੀ ਬੀਜੇਪੀ ਹੈ ਉਹ ਆਰਐਸਐਸ ਦਾ ਇੱਕ ਪੋਲੀਟੀਕਲ ਵਿੰਗ ਹੈ, ਤੇ ਉਹ ਆਪਣੇ ਵਿੰਗ ਤੇ ਦਬਾਅ ਕਿਉਂ ਨਹੀਂ ਬਣਾ ਰਹੀ? देखो दोनों ही गल्लां हैगियां ना, बहुत ही सत्कारयोग अटल बिहारी वाजपेयी जी इसी विचों ही निकले ने। और राष्ट्र हित जड़ा राष्ट्रीय स्वयं सेवक संघ का जड़ा मूल मंत्र है, मूल ध्येय है, वो है राष्ट्र हित, राष्ट्र सर्वोपरि। उन्हें तो मैं पर्सनली अपने तौर पर यह कह रहा कि मैंने बहुत कोशिश की है उन्होंने ते दबाव पाने की, इतों तक कि मैं क्या कि मैंने अब गलती का एहसास हो रहा कि मैं तो अपनी एनर्जी जड़ी हैगी आ उसको गलत जगह ला रहा सी। अगर किसानों का सिर उच्चा नहीं होता, किसानों की पग अगर मान लो रुलदी है, तो मैं ये कहने च भी गुरेज नहीं करता कि भाई यह जी संस्थावां तो आप लेना की है, कादे वास्ते सपोर्ट करिए। इन्हीं किसानों ने वोट पाया तो बाकी तो देखो अज की सरकार को सरकार बनाया, नाल दी नाल मैं अपने इंटरनेशनल संत समाज च भी हैगा जी, इंटरनेशनल पद्धर के संत समाज नूं भी मैं ये चैलेंज कर रहा कि तुसां आज चुप करके बैठे हो, बनदा जड़ा आखिर वो जड़ा हर संत जड़ा हैगा इन्हीं किसानों को उगराई करने जाता है, आज इस टाइम च बढ़ चढ़ के हिस्सा नहीं लेंदा हो, तो थोनों इस किसानों को ले जाके उगराई करने का भी कोई हक नहीं हैगा। और मैनू भी कई बार लगता है कि मैनू भी संत कहने का कोई हक नहीं, कि अगर मैं मेरी जथेबंदी मेरी संस्थान जी हैगी है किसानों के हक दे विच खुल के नहीं बोलती, उनका साथ नहीं देती हक नहीं गा। अच्छा एक गल होर है इत्थे स्वामी जी, ये अंदोलन दे जिहड़े किसानां दीयां मंगां है कि तुसीं बतौर आरएसएस दे प्रचार के मंगदे हो ना भी जिहड़ियां मंगां मंग रहे हैं जो बिल्लां नूं रद्द कराउण दी गल जायज़ है, ये गल तां तुसीं मनदे हो ना? बिल्कुल जी मनने हैं, बिल्कुल मनने हैं, लेकिन ये जिहड़ी है कि पिछली सरकारां तो ये चला आया सीगा, वो चली आउंदी एक गल नूं इन्होंने एक मोहर लगाने का काम किया वा। पिछले सरकारां वेले उन्हां दा भी चलो पता नहीं किहड़े ढंग नाल वो आईयां, क्यों विरोध नहीं होया, उहदे च तमाम मनमोहन सिंह तो लेके सारे जिन्ने भी उत्थे उसके बाद जिहदे मंत्री बने आ प्रधानमंत्री बने आ सारियां दी उहदे च साइन हैगे आ। बहुतां वारी इहनूं पार्लीमेंट च दा डिस्कस होया है, जिक्र होया है। बिल किसानां वास्ते है, किसान उन्होंने नहीं चाहता, या तो सरकार को चाहिए है कि किसानों को चंगी तरह समझा सकन। नहीं अगर सरकार जिहड़ी है किसानों को वो बिल के फायदे बारे जाणू नहीं करा सकती,
ਉਸ ਬਿੱਲ ਨੂੰ ਜਿਹੜੀ ਹੈਗੀ ਆ ਹੈਂਗ ਕਰਨ ਦੀ ਗੱਲ ਚੱਲ ਰਹੀ ਹੈ। ਮੈਂ ਸਹਿਮਤ ਨਹੀਂ ਹਾਂ ਉਸ ਗੱਲ 'ਚ, ਉਹਨੂੰ ਰੱਦ ਕੀਤਾ ਜਾਣਾ ਚਾਹੀਦਾ ਹੈ। ਪ੍ਰਧਾਨ ਮੰਤਰੀ ਬੀਜੇਪੀ ਦਾ ਨਿਕਲਦਾ ਹੈ, ਉਹ ਨਾਗਪੁਰ ਤੋਂ ਨਿਕਲਦਾ ਹੈ, ਆਰਐਸਐਸ ਦੇ ਮੁੱਖ ਹੈੱਡ ਆਫਿਸ ਤੋਂ ਨਿਕਲਦਾ ਹੈ। ਤਾਂ ਕੀ ਤੁਸੀਂ ਪੰਜਾਬ ਦੇ ਆਰਐਸਐਸ ਮੁਖੀ ਬੇਦੀ ਸਾਹਿਬ ਨਾਲ ਜਾਂ ਕਿਤੇ ਨਾ ਕਿਤੇ ਮੋਹਨ ਭਾਗਵਤ ਜੀ ਨਾਲ ਕਿਤੇ ਗੱਲਬਾਤ ਸੰਪਰਕ ਬਣਾਇਆ ਵੀ ਪ੍ਰਧਾਨ ਮੰਤਰੀ ਉੱਪਰ ਕਾਰਵਾਈ ਕੀਤੀ ਜਾਵੇ ਜਾਂ ਉਹਨਾਂ ਨੂੰ ਇਹ ਗੱਲ ਲਈ ਮਨਾਇਆ ਜਾਵੇ? ਬਹੁਤ ਵਾਰੀ ਇਹ ਗੱਲ ਹੋਈ ਹੈ। ਦੇਖੋ, ਜਿਹੜੀ ਰਾਸ਼ਟਰੀ ਸਵੈਮ ਸੇਵਕ ਸੰਘ ਹੈ ਨਾ ਜੀ, ਕੋਈ ਰਜਿਸਟਰਡ ਸੰਸਥਾ ਨਹੀਂ ਹੈ, ਨਾ ਹੀ ਉਹਦੀ ਕੋਈ ਪੇਮੈਂਟ ਹੈ, ਨਹੀਂ ਕੋਈ ਉਹਦੀ ਜਿਹੜੀ ਹੈਗੀ ਹੈ ਫੀਸ ਹੁੰਦੀ ਹੈ, ਨਾ ਹੀ ਕੋਈ ਮੈਂਬਰशिप ਹੁੰਦੀ है। कोई भी ਜਿਹੜਾ भारत का जो नागरिक है, जो राष्ट्र हित की गल करता है, राष्ट्र धर्म ਨੂੰ अपना धर्म समझता है, वो राष्ट्रीय स्वयं सेवक संघ है, होना चाहिए है। स्वयं सेवकां करके ही देश खड़ा है। पिछली सरकारां वेले भी स्वयं सेवकां ने ही अगर मान लो आप जी ये गल कह सकते हो कि भाई इन्हां तो प्रधानमंत्री जन्म लेंदे ने, तो पिछली सरकारां दा विरोध करन दा काम भी इन्हां ने कीता है। इन सरकारां ने बहुत चंगे काम भी किए ने, चाहे वो कश्मीर का मुद्दा हो, चाहे राम जन्मभूमि का मुद्दा हो, चाहे त्रितलाक हो, बहुत सारे कानून इन्होंने पास किए ने। उन्होंने किते लगता है, एक डर सता रही है कि अगर ये कानून असी वापस ले लिया तो जीएसटी का क्या बनेगा, त्रितलाक का क्या बनेगा, जम्मू कश्मीर वाला जड़ा 370 धारा ओदा की बनेगा, या और वगैरह वगैरह जी धारावां ने उहदे च लोग उठ खड़नगे और वो सांभिया नहीं जाना, ये उन्होंने जरूर लगता होगा। तो जो बुद्धिजीवी जी किसानों नूं, उन्होंने भी मैंने बेनती है कि एक बारी इस आंदोलन को समझदारी पूर्वक लेके जाना चाहिए है। एक समय आ जाएगा कि आपां इनू जरूर रद्द कराने च कामयाब होवांगे और अपने किसानां दे हित मुताबिक वो कानून बनाउण च असी कामयाब होवांगे। ਅੱਛਾ, ਇੱਕ ਗੱਲ ਹੋਰ ਹੈ ਸਵਾਮੀ ਜੀ, ਇੱਥੇ ਜਦੋਂ ਕਿਤੇ ਮੁਸਲਿਮ ਪ੍ਰੋਟੈਸਟ ਕਰਦਾ ਐਨਆਰਸੀ ਤੇ ਸੀਏ ਨੂੰ ਲੈ ਕੇ, ਤਾਂ ਉਹਨੂੰ ਪਾਕਿਸਤਾਨ ਨਾਲ ਸੰਬੰਧਿਤ ਕਹਿ ਦਿੱਤਾ ਜਾਂਦਾ ਹੈ। ਜਦੋਂ ਕਿਸਾਨ ਅਜੇ ਲੜ ਰਹੇ ਸੀ, ਪੰਜਾਬ ਦੇ ਕਿਸਾਨ ਸੀ, ਤਾਂ ਇਹਨਾਂ ਨੂੰ ਖਾਲਿਸਤਾਨੀ ਕਹਿ ਦਿੱਤਾ ਜਾਂਦਾ। ਇਹ ਸਰਕਾਰ ਦੀ ਕੀ ਆਈਡੀਓਲੋਜੀ ਹੈ, ਕੀ ਇਹਨਾਂ ਦਾ ਨੀਤੀ ਹੈ ਵੀ ਜਿਹੜਾ ਇਹ ਕੋਈ ਵੀ ਲੋਕ ਜਦੋਂ ਅੰਦੋਲਨ ਕਰਦੇ ਆ ਸਰਕਾਰ ਖਿਲਾਫ, ਤਾਂ ਉਹਨਾਂ ਨੂੰ ਧਰਮ ਨਾਲ ਜੋੜ ਕੇ ਤਾਂ ਕਿਸੇ ਖਾਸ ਅੱਤਵਾਦੀ ਸੰਗਠਨ ਨਾਲ ਜੋੜ ਦਿੱਤਾ ਜਾਂਦਾ? नहीं, वो तो चलता ही ना जी, वो तो आप जी ने भी जोड़ लिया। आप जी जड़ी हैगी आप मीडिया च काम करते हो, तो आप जी भी जोड़ लेने हो ना कि भाई वो फलाना हैगा, तो वो तो जी आप जी ने कहता कि नागपुर तो ही जड़ा हैगा वो आरएसएस जड़ा हैगा, या मोदी या मान लो उतों आया, या आप जी कहने हो कि प्रधानमंत्री जड़ा हैगा कि वो नागपुर नाल ही आप जी ने गल कह दी। ਉਹਦੇ ਨਾਲ मैं सहमत नहीं हैगा। ਕਿਹਾ ਜਾਂਦਾ ਨਾ, ਕਹਿੰਦੇ ਵੀ ਜਿਹੜਾ ਬੀਜੇਪੀ ਆਰਐਸਐਸ ਦਾ ਪੋਲੀਟੀਕਲ ਵਿੰਗ ਹੈ ਇੱਕ। ਨਹੀਂ ਕਿਹਾ ਜਾਂਦਾ ਹੈਗਾ, ਕਿਹਾ ਜਾਂਦਾ ਹੋਵੇਗਾ, ਲੇਕਿਨ ਇਦਾਂ ਦਾ ਨਹੀਂ ਹੈਗਾ। ਜਦੋਂ ਵੀ ਸੰਘ ਮੇ ਅਸੀਂ ਜਾਂਦੇ ਹਾਂ, ਉੱਥੇ ਸੰਘ ਦਾ ਪ੍ਰਚਾਰ ਕਰਦੇ ਹਾਂ, ਉੱਥੇ ਅਸੀਂ ਜਿਹੜਾ ਵੀ ਸਾਖਾ ਲਾਉਣੇ ਆ, ਉਹਦੇ ਤੇ ਸਾਨੂੰ ਆਪਣੀ ਆਤਮ ਰੱਖਿਆ ਕਰਨੀ ਔਰ ਰਾਸ਼ਟਰ ਦੀ ਰੱਖਿਆ ਕਰਨੇ ਬਾਰੇ ਹੀ ਦੱਸਿਆ ਜਾਂਦਾ ਹੈ। ਉੱਤੇ ਕਿਤੇ ਵੀ ਇਹ ਨਹੀਂ ਦੱਸਿਆ ਜਾਂਦਾ ਕਿ ਤੁਸੀਂ ਬੀਜੇਪੀ ਦੀ ਜਿਹੜੀ ਹੈਗੀ ਆ ਉਹਦਾ ਪ੍ਰਚਾਰ ਕਰਨਾ ਹੈ ਜਾਂ ਉਹਦੀ ਵਡਿਆਈ ਕਰਨੀ ਹੈ, ਉਹ ਬਿਲਕੁਲ ਵੀ ਨਹੀਂ ਦੱਸਿਆ ਜਾਂਦਾ, ਨਹੀਂ ਉਹ ਮੈਨੀਫੈਸਟੋ ਮੇ ਕਿਤੇ ਉਹ ਆਇਆ ਹੈ। ਤੋ ਇੱਦਾਂ ਹੀ ਜਿਹੜਾ ਹੈਗਾ, ਜਦ ਉੱਥੇ ਜਿਹੜੇ ਕਿਸਾਨ ਗਏ ਨੇ, ਉਹਨਾਂ ਦੇ ਕਿਸਾਨਾਂ ਤੋਂ ਜਿਹੜੇ ਖਾਲਿਸਤਾਨੀ ਜਿਹੜੇ ਆ ਝੰਡੇ ਲੱਗੇ ਟਰੈਕਟਰਾਂ ਦੇ ਵਿੱਚ। ਖਾਲਿਸਤਾਨੀ ਝੰਡੇ ਨਹੀਂ ਕਹਿੰਦੇ, ਕਹਿੰਦੇ ਕੇਸਰੀ ਝੰਡਾ, ਖੰਡਾ ਲੱਗਿਆ ਕੇਸਰੀ ਝੰਡਾ ਖਾਲਸੇ ਦਾ ਝੰਡਾ ਹੈ। ਖਾਲਿਸਤਾਨ ਦਾ ਝੰਡਾ ਤਾਂ ਉੱਥੇ ਕਹਿੰਦੇ ਕੋਈ ਦਿਖਾਈ ਨਹੀਂ ਦਿੱਤਾ, ਫਿਰ ਵੀ ਉਹਨਾਂ ਦੇ ਕੇਸਰੀ ਝੰਡਿਆਂ ਨੂੰ ਵੀ ਖਾਲਿਸਤਾਨੀ ਕਹਿਣਾ ਨਹੀਂ, ਉਹ ਗਲਤ ਹੈ, ਉਹ ਬਿਲਕੁਲ ਗਲਤ ਹੈ। ਲੇਕਿਨ ਉਹਨਾਂ ਨੇ ਆਪਾਂ ਕਿੱਦਾਂ ਦਿਖਾਏ ਜਾਂਦੇ ਕਿ ਟਰੈਕਟਰ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਖੰਡਾ ਪਾ ਕੇ ਖਾਲਿਸਤਾਨ ਜਿੰਦਾਬਾਦ ਦੇ ਨਾਰੇ ਜਿਹੜੇ ਲੱਗੇ ਨੇ ਉਹ ਦਿਖਾਇਆ ਜਾਂਦਾ ਹੈ, मीडिया के द्वारा ही दिखाया जाता है। अगर खाली हिंदुस्तान में रह कर के अगर खालिस्तान की गल करते हैं आप, तो वो बिल्कुल हाजम नहीं आता, किसी को भी हाजम नहीं आएगा। दूसरी गल जी हैगी धूमे वर्गे जड़ियाँ गल्लां करते हैं और या उत्थों जड़ियाँ गल्लां होंदियां ने, फंडिंग दियाँ गल्लां होंदियां ने, तो वो हिंदुस्तानी किसी भी जो राष्ट्र प्रेमी है उसको हाजम नहीं आएगी। उसके लिए तो वो उतना ही विरोध करेगा जिन्ना कि सरकार का विरोध करेगा, वो ਇਹੋ ਜਿਹੇ तत्वों का भी विरोध करेगा। क्योंकि साडा जिहड़ा किसान है किसी के मोहताज नहीं, ना पाकिस्तान का, ना खालिस्तानियों का, ना खालिस्तान मूवमेंट चलाने वालियां का, किसी का भी मोहताज नहीं हैगा। मैं आप जी को दस देना चाहांगा आप जी के चैनल के जरिए कि मेरे को आप दे एक जो शरीर में पाया कपड़ा
ਇਸ ਤੋਂ ਛੱਡ ਕੇ ਸਾਰੀ ਰਜਾਈਆਂ ਗਦੇਲੇ ਤੇ ਸਾਰੇ ਜਿਹੜੇ ਆ ਕੰਬਲ ਵਗੈਰਾ ਸਾਰੇ ਅਸੀਂ ਉੱਥੇ ਭੇਜ ਦਿੱਤੇ ਸੀ, ਕਿਸਾਨੀ ਅੰਦੋਲਨ ਦੇ ਵਿੱਚ। ਕਿਸਾਨੀ ਅੰਦੋਲਨ ਤੇ ਭੇਜੇ ਸੀ। ਇੱਥੋਂ ਤੱਕ ਨਹੀਂ, ਜਦੋਂ ਸਾਨੂੰ ਪਤਾ ਲੱਗਿਆ ਕਿ ਉੱਥੇ ਜਿਹੜੇ ਬਾਥਰੂਮ ਨੇ ਸਾਫ਼ ਨਹੀਂ ਹੋ ਰਹੇ ਨੇ, ਤਾਂ ਮੈਂ 40 ਬੰਦਿਆਂ ਦੀ ਟੀਮ ਭੇਜੀ, ਜਿਹੜੀ ਕਿ ਡਾਕਟਰਸ ਨੇ, ਉਹਨਾਂ ਦੀ ਟੀਮ ਭੇਜੀ। ਘੱਟ ਤੋਂ ਘੱਟ 5 ਲੱਖ ਦਾ ਜਿਹੜਾ ਹੈਗਾ ਫਿਨਾਇਲ ਹਾਰਪਿਕਸ ਜਿਹੜੇ ਹੈਗੇ ਆ, ਔਰ ਉਹ ਬਰਸ਼ ਲੈ ਕੇ ਭੇਜੇ ਨੇ। ਔਰ ਉਹ ਕਿਸੇ ਝੰਡੇ ਹੇਠ ਨਹੀਂ ਭੇਜੇ, ਕਿਸੇ ਇੱਕ ਪਾਰਟੀ ਵਾਸਤੇ ਨਹੀਂ ਭੇਜੇ, ਕਿਸੇ ਇੱਕ ਜਾਤੀ ਵਾਸਤੇ, ਕਿਸੇ ਇੱਕ ਮਜ਼ਹਬ ਵਾਸਤੇ ਨਹੀਂ ਭੇਜੇ। ਉਹ ਸਿਰਫ ਹਿੰਦੁਸਤਾਨੀਆਂ ਵਾਸਤੇ ਭੇਜੇ ਨੇ। ਔਰ ਸਾਡੇ ਜਿਹੜੇ ਕਿਸਾਨ ਹੈ ਹਿੰਦੁਸਤਾਨੀ ਨੇ, ਔਰ ਹਿੰਦੁਸਤਾਨ ਵਾਸਤੇ ਅਸੀਂ ਮਰਨੇ ਮਿਟਨੇ ਕੋ ਤਿਆਰ ਹਾਂ। ਇਹਨਾਂ ਨੂੰ ਕੋਈ ਛੇੜੇਗਾ ਤਾਂ ਉਹਨੂੰ ਛੋੜਨਾ ਵੀ ਨਹੀਂ ਹੈਗਾ। ਇਹਨਾਂ ਨੂੰ ਕੋਈ ਕਿਸੇ ਨੇ ਛੱਡਣਾ ਹੀ ਨਹੀਂ, ਅਸੀਂ ਵੀ ਨਹੀਂ ਛੱਡਾਂਗੇ ਔਰ ਕਿਸੇ ਨੇ ਵੀ ਨਹੀਂ ਛੱਡਣਾ ਜੋ ਇਹਨਾਂ ਨੂੰ ਕੋਈ ਛੇੜੇਗਾ। ਤਾਂ ਅਗਰ ਇਹਨਾਂ ਨੂੰ ਹਾਈਜੈਕ ਹੋ ਰਹੇ ਨੇ, इसको बचाने का काम भी तो साडा ही है ना, सरकार का ही है ना जी। सरकार बार बार कह रही है कि फलाने पार्टी ने, विरोधी पार्टियां ने जी उन्होंने हाईजैक कर लिया। ये गल अगर सरकार कहती है तो नाकामी की हैगी है, नालायकी की हैगी है, ना होने दो। ਉਹੀ ਹੈ ਨਾ ਗੱਲ ਇੱਥੇ ਕਿ ਹੁਣ ਜਿਹੜੇ ਮੁੰਡੇ ਗ੍ਰਿਫਤਾਰ ਕੀਤੇ ਹੋਏ ਆ 307 ਵਰਗੇ ਉਹਨਾਂ ਤੇ ਧਾਰਾ ਲਾਤੀਆਂ। ਇਹ ਕੁੜੀ ਨੌਦੀਪ ਕੌਰ ਹੈ, ਉਹ 12 ਜਨਵਰੀ ਨੂੰ ਚੱਕ ਲਈ ਗਈ ਸੀ। ਉਹਨਾਂ ਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ, ਨਾ ਗੱਲਬਾਤ, ਨਾ ਉਹਨਾਂ ਦੀ ਸਰਕਾਰ ਵੱਲੋਂ ਉਹਨਾਂ ਨੂੰ ਕੁੱਟਮਾਰ ਵੀ ਕੀਤੀ ਗਈ ਹੈ। ਅਜਿਹਾ ਕੁਝ ਕਿਉਂ ਵਾਪਰ ਰਿਹਾ ਕਿ ਜਿਹੜਾ ਇੱਕ ਝੰਡਾ ਵੀ ਚੜ੍ਹਾ ਦਿੱਤਾ ਗਿਆ, ਤਾਂ ਇੱਥੇ 307 ਵਰਗਾ ਮੁਕੱਦਮਾ ਦਰਜ ਕਰਨਾ ਇਹ ਕਿੱਥੋਂ ਤੱਕ ਜਾਇਜ਼ ਹੈ ਸਰਕਾਰ ਦਾ? ਬਹੁਤ ਗਲਤ ਹੈ। ਮੈਂ ਆਪ ਜੀ ਨੂੰ ਹੀ ਪਹਿਲੇ ਕਹਿ ਹਟਿਆ ਕਿ ਭਾਈ ਜੋ ਲਾਲ ਕਿਲੇ ਦੀ ਗੱਲ ਕਰਦੇ ਹੋ, वो किड्डे की बड़ी तख्तोताज हैगी है। मान लो थोड़ी देर के लिए उससे केसरिया झंडा लहराया गया, मान लो थोड़ी देर के लिए, मैं बहुत बड़ी गल कहने जा रहा, बहुत सत्कारपूर्वक कह रहे जा रहे हैं। सारी 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 आपकी सरकार भी सुन रही है और सारी हिंदुस्तान भी सुन रहा है। उन्होंने भी मैं कहने जा रहे हैं कि जज्बाती होकर अगर मान लो खालिस्तान का मान लो नहीं वो हैगा, आप जो कह रहे हो केसरिया झंडा है, वो सिखा का झंडा है, उस पर झुल गया मान लो विरोध के तौर पर। पहले तो तुसी जान क्यों देता उत्थे? थोड़ी नलायकी है, जान नहीं क्यों देता? अगर वो चढ़ भी गया तो एडा कड़ाफ तो डिग पी उत्तों कि तुसी उन्हां ते पुट्ठियां सीधियां केस पाओ, पुट्ठियां चीज़ां धारां च उन्होंने फसाओ, उन्होंने घरदियां नूं मिलन ना दिओ। और मैं ह्यूमन राइट्स का भी मैंबर हैगा, ह्यूमन राइट्स वास्ते काम करदा है। बतौर ह्यूमन राइट्स कह के मैंबर मैं उन्होंने कहना चाहना वा कि उन्होंने सारिਆਂ ਨੂੰ मैं मिलांगा, ਹਿਊਮਨ ਰਾਈਟਸ के तौर पर मिलांगा। ਅਸੀਂ ਉਹਨਾਂ ਦੀ ਮਦਦ ਕਰਾਂਗੇ ਜਿਹੜੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈਗਾ, ਉਹਨਾਂ ਨੂੰ ਬਚਾਉਣ ਵਾਸਤੇ ਮੇਰੀ ਸੰਸਥਾ ਹਰਨਿਸ यानी कि रात दिन हर वेले ਅਸੀਂ लगे हुए हैं। जिथे ਅਸੀਂ सरकार तो दबाव बनाने की कोशिश कर रहे हैं। जब मैं गया तो मैं कल्ला नहीं जावांगा, जब मैं गया तो मेरा संगठन साड़ा नाल जाएगा, इंटरनेशनल संत समाज जाएगा, ਉਹਦੇ 'ਚ ਸਾਡੀ ਟਕਸਾਲ ਜਾਏਗੀ, ਉਹਦੇ 'ਚ ਜਿਹੜੀ ਸਾਡੀਆਂ ਦੂਜੀਆਂ ਸੰਸਥਾਵਾਂ ਨੇ, ਸਰਬ ਧਰਮ ਸੰਤ ਸਭਾ, यूथ अफेयर ऑर्गेनाइजेशन वर्गिया संस्थावां जो मेरी बनाइया और मेरी जोड़ियां ने, वो सारियां जिहड़ी हैगियां वो नाल जाणगियां। उदों सरकार नूं सोचना पेगा कि ये असीं की कर बैठे। तो ठीक है, किसान है, वो अनपढ़ ने, उन्होंने यह जी शिक्षा नहीं मिली, लेकिन देखो सरकारां नूं बेनती करना चाहना है, विशेष करके मैं हाथ जोड़ के मोदी साहब नूं, नरेंद्र मोदी जी नूं मैं बेनती करना चाहना है कि तुसीं तो पढ़े लिखे हो, तुसी तो गरीबी नूं हंडाई है, तुसी तो गरीब परिवार चों आए हो, थोनू तो ये पता होना चाहिए है कि मोदी साहब कि तुसी अपनी मां नूं मिलण जाने हो तो किद्दां जाने हो? वो भी किसी मां दे लाडले ने जिहड़े कि सरहद ते बैठे ने। क्या उन्हां दी अपनी मां नूं मिलण नूं जी नहीं करता होवेगा? क्या वो किसान जिहड़े उस सरहद ते बैठे ने, इस सर्दी च बैठे होए ने, उन्हां नूं देख के आप जी को रोना नहीं आउंदा? आप जी तो उत्थे जाके पार्लियामेंट चो तो हंजुआ बुआ लेने हो। आपका विरोधी दल का एक लीडर है, उसके तारीफ च आप जी दियां अखां चो हंजुआ आ जांदियां ने, तो आप जी 10 किलोमीटर की दूरी से बैठे हो किसान जिहड़े बैठे ने, वो सारे के सारे तो पाकिस्तानी नहीं है, वो सारे के सारे खालिस्तानी तो नहीं है ने। जरा उन्हां वल्ली भी देख के कुछ हंजुआ गिरा दो, कल को काम आणगियां। ये दिखावी जिहड़ी गल्लां हैगियां ने,
ਇਹ ਇਦਾਂ ਦੀਆਂ ਗੱਲਾਂ ਨਾਲ ਜਿਹੜਾ ਹੈਗਾ ਹਿੰਦੁਸਤਾਨ ਦਾ ਭਲਾ ਨਹੀਂ ਹੋਣੇ ਲੱਗਿਆ, ਹਿੰਦੁਸਤਾਨ ਵਿਸ਼ਵ ਗੁਰੂ ਨਹੀਂ ਬਣਨ ਲੱਗਿਆ। ਹਿੰਦੁਸਤਾਨ ਭਲਾ ਹੋਏਗਾ, ਹਿੰਦੁਸਤਾਨ ਵਿਸ਼ਵ ਗੁਰੂ ਬਣੇਗਾ, ਹਿੰਦੁਸਤਾਨ आगे बढ़ेगा, उन्हीं किसानों के सिर पे बनेगा। हिंदुस्तान का संत भी एक किसान का बेटा है, हिंदुस्तान का सिपाही भी एक किसान का बेटा है। जब किसान का भला नहीं होता तो किसी का भी भला नहीं हो सकता। इस करके पुरजोर अपील है सरकारां नूं कि किसानां दे हित नूं लेके किसी भी प्रकार का कोई कॉम्प्रोमाइज़ नहीं होना चाहिए। एक कानून है, मैनू नहीं पता है काला है, चिट्टा है, गोरा है, पीला है, लाल है, मैनू नहीं पता, लेकिन किसान को मंजूर नहीं है। बस इतना पता है कि किसान को मंजूर नहीं है। इस करके या तो आप जी उन्होंने दसो, आपकी टीम जाए दसे, उन्होंने समझावे कि ये आप जी को किमें आप जी के काबिल है, आप जी के फायदेमंद है, आप जी के लाहेमंद है। या तो समझाने में आप जी नाकाम हो, या आज का कानून जी है उसमें नाकामियां ने, वरना वो भी अन्न खाते ने। वो क्यों नहीं समझते, इसको सरकार ਨੂੰ ही देखना पएगा। और ये गल्लां बार बार किसानों की तुसी ये खालिस्तानी है गया, ये पाकिस्तानी है गया, ये जड़ी है गया ब्रिटेनियन है गया, या बाहरों फंडिंग आ रही है, यह जियां गल्लां करके किसानों बदनाम करने का काम प्लीज सरकार ना करे। इदां दी गल्लां के सरकार कर दी है तो मेरी जथेबंदी, मेरा संत समाज खुल के सामने आएगी और उन किसानों का मदद करेगी। बहुत बहुत धन्यवाद बाबा जी, आप जी का बहुत बहुत धन्यवाद। ਇਹ ਸਨ ਕ੍ਰਿਸ਼ਨਾਨੰਦ ਸ਼ਾਸਤਰੀ ਜੀ ਜੋ ਆਰਐਸਐਸ ਦੇ ਪ੍ਰਚਾਰਕ ਨੇ, ਜਿਨ੍ਹਾਂ ਨੇ ਕਿਹਾ ਕਿ ਬੜੀ ਸ਼ਰਮ ਦੀ ਗੱਲ ਹੈ ਕਿਸਾਨ ਜੋ ਧਰਨੇ ਤੇ ਬੈਠੇ ਆ ਉਹਨਾਂ ਦੀ ਗੱਲ ਜਿਹੜੀ ਸਰਕਾਰ ਨਹੀਂ ਸੁਣ ਰਹੀ। ਪ੍ਰਧਾਨ ਮੰਤਰੀ ਪਾਰਲੀਮੈਂਟ ਦੇ ਵਿੱਚ ਵਿਰੋਧੀ ਧਿਰ ਦੇ ਲੀਡਰ ਦੇ ਲਈ ਤਾਂ ਹੰਝੂ ਵਹਾ ਸਕਦੇ ਆ, ਤੇ ਕੁਝ ਹੀ ਕਿਲੋਮੀਟਰਾਂ ਤੇ ਬੈਠੇ ਕਿਸਾਨਾਂ ਲਈ ਉਹਨਾਂ ਦੇ ਹੰਝੂ ਕਿਉਂ ਨਹੀਂ ਡਿੱਗ ਰਹੇ? ਕਿਉਂ ਨਹੀਂ ਉਹ ਕਿਸਾਨਾਂ ਦੀਆਂ ਮੰਗਾਂ ਮੰਨ ਰਹੇ? ਸਾਰੇ ਕਿਸਾਨ ਤਾਂ ਨਹੀਂ ਖਾਲਿਸਤਾਨੀ ਕਹੇ ਜਾ ਸਕਦੇ, ਸਾਰੇ ਕਿਸਾਨ ਤਾਂ ਨਹੀਂ ਪਾਕਿਸਤਾਨੀ ਕਹੇ ਜਾ ਸਕਦੇ, ਫਿਰ ਕਿਉਂ ਨਹੀਂ ਮੰਗਾਂ ਮੰਨੀਆਂ ਜਾਂਦੀਆਂ? ਕੈਮਰਾ ਪਰਸਨ ਲੈਮਨਦੀਪ ਦੇ ਨਾਲ ਮਨਿੰਦਰਜੀਤ ਸਿੱਧੂ, ਜ਼ਿੰਦਾਬਾਦ ਚੈਨਲ, ਫਰੀਦਕੋਟ।